ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 45ਵਾਂ ਸ਼ਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜੁਨਿਉ ਜੀ ਕਾ ਹਈ ਤਾਂ ਭਾਂਡੇ ਕਤ ਨਾਹੇ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੂ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਝੜ ਪਿਆ ਬੇਤੱਗਾ ਗਿਆ। ਸਤਿਗੁਰ ਇੱਥੇ ਆਪਾਂ ਨੂੰ ਜਨੇਊ ਦੀ ਰਸਮ ਜੋ ਪਿੱਛੇ ਬ੍ਰਾਹਮਣ ਧਰਮ ਦੇ ਵਿੱਚ ਪੰਡਤਾਂ ਦੇ ਚੱਲਦਾ ਸੀ, ਜਿਵੇਂ ਬ੍ਰਾਹਮਣ ਵੇਦ ਪੜ੍ਹਨ ਵਾਲੇ ਨੂੰ ਕਹਿੰਦੇ ਸੀ, ਵੇਦ ਤੋਂ ਹਟ ਕੇ ਜਿਹੜੇ ਉਹਨਾਂ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਦੇ ਵਿਚਾਰਧਾਰਾ ਅਡਾਪਟ ਕਰ ਲਈ ਸੀਗੀ, ਅਤੇ ਉਹ ਸਰੀਰ ਕਰਕੇ ਸੀਮਤ ਰਹਿ ਗਈ। ਫਿਰ ਪਹਿਲਾਂ ਬ੍ਰਹਮ ਗਿਆਨ ਨੂੰ ਮੰਨਦੇ ਸੀ, ਵੇਦ ਪੜ੍ਹਦੇ ਸੀ, ਬ੍ਰਹਮ ਗਿਆਨੀ ਸੀ, ਸਤਿਕਾਰ ਸੀ ਸੰਸਾਰ ਦੇ ਵਿੱਚ, ਉਹਨਾਂ ਦਾ ਇੱਜ਼ਤ ਸੀਗੀ। ਜਦੋਂ ਸੱਚ ਤੋਂ ਕੋਈ ਵੀ ਮੱਤ ਥੜਕ ਜਾਂਦੀ ਹੈ, ਝੂਠ ਨਾਲ ਜੁੜ ਜਾਂਦੀ ਹੈ, ਸੰਸਾਰ 'ਚ ਉਹਦੀ ਪੱਤ ਨਹੀਂ ਰਹਿੰਦੀ ਹੈਗੀ। ਕੋੜ ਨਿਖੁੱਟੇ ਨਾਨਕਾ ਓੜਕ ਸੱਚ ਸਹੀ, ਸੱਚ ਦੀ ਇੱਜ਼ਤ ਰਹਿੰਦੀ ਹੈ, ਸੱਚ ਹਮੇਸ਼ਾ ਰਹਿੰਦਾ ਵਾ। ਪਿੱਛੇ ਨਿਗਾਹ ਮਾਰ ਕੇ ਦੇਖੋ, ਰਾਜੇ ਕਿੱਡੇ ਕਿੱਡੇ ਆਪਦੇ ਆਪ ਨੂੰ ਉੱਚੀਆਂ ਪਦਵੀਆਂ ਕਹਾਉਣ ਵਾਲੇ ਪੀਰ ਪੈਗੰਬਰ ਸਿੱਖ ਮਸਾਇਕ ਕਿੱਥੇ ਗਏ ਭਾਈ? ਲੱਭਦਾ ਕੋਈ? ਸਭ ਚਲੇ ਗਏ। ਪਰ ਸੱਚ ਅੱਜ ਵੀ ਹੈਗਾ। ਬਾਣੀ ਆਪਾਂ ਨੂੰ ਸੱਚ ਦਾ ਦਰਸ਼ਨ ਕਰਾਉਂਦੀ ਹੈ। ਪਰ ਜਿਹੜੇ ਅਸੀਂ ਧਰਮ ਕਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਗਤੀ ਕਰਦੇ ਹਾਂ ਸਰੀਰ ਦੀ ਕਰੀ ਜਾਂਦੇ ਹਾਂ, ਗਤੀ ਆਤਮਾ ਦੀ ਹੋਣੀ ਆ। ਉਹੀ ਚਿੰਨ੍ਹਾਂ ਬਾਰੇ ਸਤਿਗੁਰ ਸਮਝਾ ਰਹੇ ਨੇ। ਕਿਸੇ ਵੀ ਧਰਮ ਨੂੰ ਉਹਨਾਂ ਦੇ ਚਿੰਨ੍ਹਾਂ ਦੇ ਵਿੱਚੋਂ ਸਤਿਗੁਰਾਂ ਨੇ ਸਮਝਾਇਆ, ਜੋਗੀਆਂ ਨੂੰ ਸਮਝਾਇਆ ਉਹਨਾਂ ਦੇ ਚਿੰਨ੍ਹਾਂ 'ਚੋਂ। ਇਵੇਂ ਪੰਡਤ ਨੂੰ ਸਮਝਾ ਰਹੇ ਨੇ, ਭਾਈ ਇਹ ਜਿਹੜਾ ਹੈਗਾ ਵਾ ਜਨੇਊ, ਇਹ ਤੇਰੇ ਕੋਲ ਹੈਗਾ ਤਾਂ ਪਾ ਦੇ। ਕਿਸੇ ਦਾ ਵਿਰੋਧ ਨਹੀਂ ਕੀਤਾ, ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਨੂੰ ਹੀ ਸਮਝਾਇਆ, ਅੱਗੇ ਪ੍ਰੇਰਿਆ ਚੱਲਣ ਲਈ। ਸਨਾਮ ਨੂੰ ਇਸਲਾਮ ਮਤ ਵੀ ਸੀ, ਉਦੋਂ ਯੋਗੀ ਸੀ, ਵਿਸ਼ਨੂੰ ਮਤ ਸੀ, ਜੋ ਵੀ ਉਹਨਾਂ ਦੇ ਸੰਪਰਕ 'ਚ ਆਇਆ ਸਾਰਿਆਂ ਨੂੰ ਸਮਝਾਇਆ ਉਹਨਾਂ ਨੇ। ਜੋ ਆਪਦੇ ਆਪ ਨੂੰ ਧਰਮ ਸਮਝਦੇ ਸੀ, ਆਪਦੀ ਮਤ ਨੂੰ ਧਰਮ ਦਾ ਪ੍ਰਚਾਰ ਕਰਦੇ ਸੀ, ਉਹਨਾਂ ਨੂੰ ਸਮਝਾਇਆ ਵੀ ਇਹ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ, ਇਹ ਸਾਰਾ ਸਰੀਰ ਤੱਕ ਸਹਿਮਤ ਹੈ ਸਾਡਾ। ਹਟ ਯੋਗ, ਤਪ ਯੋਗ, ਘਰ ਬਾਰ ਛੱਡ ਕੇ ਚਲੇ ਜਾਣਾ, ਕੁਦਰਤ ਨੂੰ ਲੱਭਣ, ਮਹਾਰਾਜ ਨੂੰ ਲੱਭਣ ਚਲੇ ਜਾਣਾ, ਪਰਮੇਸ਼ਰ ਨੂੰ। ਪਰਮੇਸ਼ਰ ਥੋੜ੍ਹੀ ਕਿਤੇ ਖੋਇਆ ਵਾ, ਅਸੀਂ ਖੋਏ ਹਾਂ ਇੱਥੇ ਆ ਕੇ। ਲਬ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਐਸਾ ਖੇਲ ਜਾਦੂ ਚਲਾਇਆ, ਅਸੀਂ ਭੁੱਲ ਹੀ ਗਏ। ਹੁਣ ਇਹੀ ਸਾਨੂੰ ਸੱਚ ਲੱਗਦਾ ਵਾ। ਪਰ ਇਹ ਤਾਂ ਮ੍ਰਿਤ ਲੋਕ ਹੈ ਭਾਈ, ਛੱਡਣਾ ਪੈਣਾ ਆਪਾਂ ਨੂੰ। ਮਰ ਲਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ ਬਾਈ, ਬਾਣੀ ਮਾਈ ਨੇ ਜੀਵਨ ਸਾਜਣਾ ਵਾ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਬਾਇਓਡਾਟਾ ਲਿਖਿਆ ਗਿਆ ਜਦੋਂ ਜਨਮ ਲੈਂਦਾ ਜੀਵ। ਪਰ ਜਿੰਨੇ ਕਰਮ ਧਰਮ ਕਰਦੇ ਹਾਂ ਸਰੀਰ ਕਰਕੇ, ਫਿਰ ਪ੍ਰਾਪਤੀ ਕਿਵੇਂ ਹੋਣੀ ਆ ਭਾਈ? ਜਨੇਊ ਪਾਉਣਾ ਆਤਮਾ ਦੇ, ਗਿਆਨ ਜਨੇਊ ਉਹ ਗਿਆਨ ਦਾ ਪਾਉਣਾ, ਉਹ ਸਾਨੂੰ ਆਉਂਦਾ ਨਹੀਂ ਹੈਗਾ, ਨਾ ਸਾਡੇ ਕੋਲ ਹੈਗਾ ਵਾ। ਸਰੀਰ ਦੇ ਆਕਾਰਾਂ ਨਾਲ ਅਸੀਂ ਜੁੜੇ ਹੋਏ ਹਾਂ, ਉਹ ਆਕਾਰ ਫਿਰ ਜਦੋਂ ਅਸੀਂ ਪਾ ਲੈਣੇ, ਸਾਡੇ 'ਚ ਹੰਕਾਰ ਵੀ ਪੈਦਾ ਹੋ ਜਾਂਦਾ ਹੈ। ਗਿਆਨ ਤਾਂ ਨਾਲ ਦਿੱਤਾ ਸੀ ਵੀ ਇਹਦਾ ਹੰਕਾਰ ਦਬਿਆ ਰਹੇ, ਇਹਦਾ ਬਚਾਅ ਰਹੇ। ਧਰਮ ਫੁੱਲ ਫਲ ਗਿਆਨ, ਇਹ ਫੁੱਲ ਹੀ ਹੈ, ਸਾਰੇ ਫੁੱਲਾਂ ਨੂੰ ਫਲ ਨਹੀਂ ਲੱਗਦਾ ਭਾਈ। ਫਲ 'ਚ ਕੀ ਹੈ? ਗਿਆਨ। ਧਰਮ ਫੁੱਲ ਫਲ ਗਿਆਨ ਕਿਵੇਂ ਪ੍ਰਾਪਤ ਹੋਊ ਭਾਈ? ਅਸੀਂ ਤਾਂ ਕਰਮ ਧਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਉਹੀ ਪੰਡਤ ਕਰ ਰਿਹਾ ਵਾ। ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸਰਵਿੰਦਾ ਥੀ ਵੀ ਸਾਈਂ ਦੇ ਦਰਬਾਰ। ਫਿਰ ਉਹ ਤੇ ਸਿਰ ਨੀਵਾਂ ਕਰਨਾ ਪਊਗਾ ਭਾਈ। ਫਿਰ ਆਪਾਂ ਹੁਣੇ ਕਿਉਂ ਨਾ ਉਹ ਗੁਣਾਂ ਦੀ ਪ੍ਰਾਪਤੀ ਕਰੀਏ, ਉਹ ਆਤਮਾ ਦੇ ਜਨੇਊ ਪਾਈਏ। ਪਰ ਆਪਾਂ ਦਾ ਸਰੀਰ ਨਹੀਂ ਜੁੜੇ ਬੈਠੇ ਹਾਂ। ਸਾਰੇ ਧਰਮ ਜਿੰਨੇ ਵੀ ਆ ਸਾਰੇ ਸਰੀਰ ਤੱਕ ਸੀਮਤ, ਉਹ ਚੋਂ ਕੀ ਫਿਰ ਹੰਕਾਰ ਪੈਦਾ ਹੋ ਜਾਂਦਾ। ਸਤਿਗੁਰਾਂ ਨੇ ਸਮਝਾਇਆ, ਦਇਆ ਕਪਾਹ ਸੰਤੋਖ ਸੂਤ,
ਇਹ ਸੰਤੋਖ ਦਾ ਸੂਤ ਹੈ ਭਾਈ। ਉਹ ਕੀ ਹੈ? ਗਿਆਨ। ਇਹ ਕਿਵੇਂ ਵੱਟਿਆ ਜਾਂਦਾ ਹੈ? ਇਹ ਯਤਨ ਕਰਨਾ ਹੈ। ਨਾ ਇਹਦੇ ਵਿੱਚ ਕੋਈ ਕਪਾਹ, ਨਾ ਚਰਖਾ ਵਾ, ਨਾ ਪੂਣੀ ਹੈ ਜਿਹਦੇ ਨਾਲ ਕੱਤਣਾ। ਇਹ ਕਿਵੇਂ ਕੱਤਿਆ ਜਾਊਗਾ ਫਿਰ? ਇਹ ਮਨ ਦਾ ਚਰਖਾ ਬਣਾਉਣਾ, ਮਨ ਨੂੰ ਰਿੜਕਣਾ। ਭਗਤ ਕਬੀਰ ਜੀ ਸਮਝਾਉਂਦੇ ਆ, ਹਰ ਕਾ ਬਿਲੋਬ ਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਫਿਰ ਇਹ ਜਨੇਊ ਪ੍ਰਾਪਤ ਹੁੰਦਾ ਹੈ ਸੰਤੋਖ ਦਾ। ਸੁਣੀਏ ਸਤ ਸੰਤੋਖ ਗਿਆਨ। ਜਿਹੜੇ ਗੁਰਬਾਣੀ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਸੁਣਦੇ ਵਿਚਾਰਦੇ ਨੇ, ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਵਾ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸੰਤੋਖ ਆਉਂਦਾ। ਦੋ ਪਦਾਰਥ ਹੁੰਦੇ ਆ ਆਪਣੇ ਕੋਲੇ, ਪਹਿਲਾ ਗਿਆਨ, ਦੂਆ ਮੁਕਤੀ। ਮੁਕਤੀ ਕੀ? ਸੰਤੋਖ। ਇਹ ਜਨੇਊ ਪਾਉਣਾ ਆਪਾਂ ਆਤਮਾ ਦੇ। ਆਤਮਾ ਦਾ ਕਿਹੜਾ ਗੁਣਾਂ ਦਾ ਹਾਰ ਹੈ? ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ। ਇਹ ਚਾਰੇ ਗੁਣਾਂ ਦੀ ਪ੍ਰਾਪਤੀ ਕਰਨੀ, ਇਹ ਆਤਮਾ ਦਾ ਹਾਰ ਹੈ। ਜਿਹੜੇ ਸਰੀਰ ਨਾਲ ਪਾਉਂਦੇ ਆਪਾਂ, ਉਹ ਅਭੂਖਣ ਗਹਿਣੇ, ਉਹ ਸਰੀਰ ਕਰਕੇ ਆ। ਮਹਿੰਗੇ ਵਸਤਰ, ਉਹ ਵੀ ਸਰੀਰ ਕਰਕੇ ਆ। ਇਹ ਤਾਂ ਅਮੋਲ ਹੈ। ਇਹ ਤਾਂ ਆਪਾਂ ਨੂੰ ਉਹਦੀ ਰਹਿਮਤ ਨਾਲ ਮਿਲਣਾ ਵਾ। ਜਿਹੜੇ ਆਪਾਂ ਬਾਹਰ ਪਾਈ ਜਾਂਦੇ ਉਹ ਸਾਰੇ ਮਾਇਆ ਦੇ ਨੇ। ਇਹ ਵੱਟਣਾ ਆਪਾਂ। ਜਿੱਥੋਂ ਇੱਛਾ ਉੱਠਦੀਆਂ ਨੇ ਉੱਥੇ ਪਾਉਣਾ ਇਹਦੇ ਜਨੇਊ। ਅਸੀਂ ਜਿਵੇਂ ਕੋਈ ਪਾਣੀ ਟੁੱਟ ਜਾਂਦਾ ਹੈ ਨਹਿਰਾਂ ਦਾ ਜਾਂ ਨਾਲਿਆਂ ਦਾ, ਉਹ ਅਸੀਂ ਪਿੰਡੋਂ ਬੰਦ ਕਰੀ ਜਾਂਦੇ। ਉਹ ਭਾਈ ਜਿੱਥੋਂ ਟੁੱਟਿਆ ਪਿੱਛੋਂ ਉੱਥੋਂ ਬੰਦ ਕਰਨਾ ਪਊਗਾ। ਉਹ ਕੀ ਹੈ? ਉਹ ਧਰਮ ਕਰਮ ਕਰਦੇ ਹਾਂ ਅਸੀਂ ਸਰੀਰ ਕਰਕੇ। ਇੱਛਾ ਅੰਦਰੋਂ ਉੱਠਦੀਆਂ ਨੇ, ਅਸੀਂ ਬਾਹਰੋਂ ਸਰੀਰ ਨੂੰ ਹਟ ਜੋ, ਤਪ ਜੋ, ਕਸ਼ਟ ਦੇ ਕੇ ਬਸਤਰ ਨਾ ਪਹਿਰੇ, ਐਨਸ ਕਹਿਰੇ, ਕਹਿਰ ਕਰਦੇ ਹਾਂ ਸਰੀਰ 'ਤੇ। ਧੂਣੇ 'ਚ ਤਪਾਉਂਦੇ ਹਾਂ, ਨੰਗੇ ਪੈਰੀਂ ਜਾਂਦੇ ਹਾਂ। ਇਹ ਦੇਹੀ ਮਿਲੀ ਆ ਉਹਦੀ ਕਿਰਪਾ ਨਾਲ ਭਾਈ। ਇਹਨੂੰ ਖਿਆਲ ਰੱਖਣਾ ਵਾ। ਨਾਨਕ ਸੋ ਪ੍ਰਭ ਸਿਮਰੀ, ਇਸ ਦੇਹੀ ਕੋ ਪਾਲ ਕੋ। ਇਹਦੇ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ, ਤਾਈਓ ਤਾਂ ਚੱਲ ਰਹੀ ਹੈ। ਜਦੋਂ ਸੱਚ ਦੇ ਵਿੱਚੋਂ ਚੱਲਿਆ ਜਾਂਦਾ, ਕਿਵੇਂ ਇਹਦੇ ਵਿੱਚੋਂ ਸਾਨੂੰ ਬਦਬੂ ਮਾਰਦੀ ਹੈ, ਕਿਵੇਂ ਡਰਦੀਆਂ ਸੀ ਇਹ ਤੋਂ। ਫਿਰ ਰੇ ਬੋਰੇ ਤੋਹੇ ਘਰੀ ਨਾ ਰਾਖੇ ਕੋ, ਤਨ ਫੁੱਟੇ ਕਾਢੋ ਕਾਢੋ ਹੋਏ। ਫਿਰ ਕਾਢੋ ਕਾਢੋ ਹੋ ਜਾਂਦੀ ਹੈ ਭਾਈ। ਜੇ ਅਸੀਂ ਆਹੀ ਕੁਛ ਕਰਦੇ ਰਹੇ ਫਿਰ ਆਹੀ ਹੋਊਗਾ। ਇਹ ਜੰਮਣਾ ਮਰਨਾ ਸਿਰ ਉਭੋ, ਕਾਲ ਕਾਲ ਸਿਰ 'ਤੇ ਰਹੂਗਾ। ਫਿਰ ਆਓ ਸਮਝੀ ਸਤਿਗੁਰ ਕੀ ਸਮਝਾਉਂਦੇ ਆ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ। ਇਹ ਵੱਟਣਾ ਭਾਈ, ਗੰਢਣਾ ਵਾ ਗਿਆਨ ਨਾਲ। ਜਿਹੜਾ ਉਹ ਪੰਡਿਤ ਲਿਆ ਕੇ ਉਹ ਧਾਗੇ ਨੂੰ ਲਿਆ ਕੇ ਕਰਦਾ ਸੀਗਾ, ਧਾਗੇ ਲਿਆ ਕੇ ਵੱਟਦਾ ਸੀ, ਉਹਨੂੰ ਜਨੇਊ ਕਹਿੰਦੇ ਸੀ। ਉਹ ਰਸਮਾਂ ਚੱਲਦੀਆਂ ਸੀ ਉਸ ਟਾਈਮਾਂ ਦੇ ਵਿੱਚ। ਹੁਣ ਵੀ ਉਹੀ ਕੁਛ ਹੋ ਰਿਹਾ, ਪਰਿਵਰਤਨ ਆ ਗਿਆ, ਤਰੀਕੇ ਬਦਲ ਗਏ। ਉਦੋਂ ਇਹ ਸ਼ੈਤਾਨ ਸੀਗਾ, ਉਹ ਸਾਰਿਆਂ ਨੂੰ ਐਸੀ ਮੱਤ ਮਾਰੀ ਉਹਨੇ, ਸਾਰੀ ਮੱਤਾਂ ਦੀ ਆਪਦੇ ਨਾਲ ਜੋੜ ਲਏ। ਭਗਤ ਕਬੀਰ ਜੀ ਸਮਝਾਉਂਦੇ ਆ, ਜੈ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਭੀੜ ਦੀ ਭੀੜ ਪਿੰਡ ਦੇ ਵਿੱਚ ਕੋਈ ਲਾਲਚ ਦਿੰਦਾ। ਉਹ ਇੱਕ ਔਖੀ ਘਾਟੀ ਰਾਮ ਕੀ ਤਹਿ ਚੜ੍ਹ ਰਹੀ। ਉਹ ਕਬੀਰ ਇਹ ਔਖੀ ਘਾਟੀ ਹੈ ਭਾਈ। ਇਹ ਆਤਮਾ ਦੇ ਪੈਣਾ ਵਾ ਜਨੇਊ। ਉਹ ਸਤਿਗੁਰੂ ਨੂੰ ਸਮਝਾ ਰਹੇ ਆ ਭਾਈ ਵੀ ਇਹ ਤੇਰੇ ਕੋਲ ਹੈਗਾ ਤਾਂ ਦੇਖ। ਫਿਰ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ। ਇਹੋ ਜਨੇਊ ਜੀ ਕਾ ਹੈ ਤਾਂ ਭਾਂਡੇ ਕਰਦੇ। ਇਹ ਜੀ ਦਾ ਜਨੇਊ ਆ ਭਾਈ। ਜਿਹੜਾ ਬਾਹਰ ਪਾਉਂਦੇ ਅਸੀਂ ਉਹ ਸਰੀਰ ਦਾ ਵਾ। ਪੰਡਤ ਨੂੰ ਸਮਝਾ ਰਹੇ ਸਤਿਗੁਰ, ਕਹਿੰਦੇ ਇਹ ਪਾ ਦੇ ਭਾਈ। ਆ ਦੂਏ ਤਾਂ ਸਾਨੂੰ ਲੋੜ ਨਹੀਂ ਹੈਗੀ। ਹੁਣ ਅਸੀਂ ਕੀ ਕਰਦੇ ਹਾਂ? ਹੁਣ ਸੰਪਰਦਾਇਕਾਂ ਹੋ ਗਈਆਂ, ਅਲੱਗ ਅਲੱਗ ਡੇਰੇ ਹੋ ਗਏ ਸਾਡੇ, ਵੰਡੀਆਂ ਪੈ ਗਈਆਂ ਸਾਡੀਆਂ। ਗੁਰਪਾਤਸ਼ਾਹ ਨੇ ਜੋ ਸਾਨੂੰ ਪਹੁਲ ਦਿੱਤੀ ਸੀ, ਅੱਗੇ ਚੱਲਣ ਖਾਤਰ ਦਿੱਤੀ ਸੀਗੀ, ਪਰ ਉਹ ਵੀ ਅਸੀਂ ਵੰਡੀਆਂ ਪਾ ਲਈਆਂ। ਕੋਈ ਕਹਿੰਦਾ ਮੈਂ ਕਿੱਥੋਂ ਅੰਮ੍ਰਿਤ ਛਕ ਲਿਆ, ਕੋਈ ਕਹਿੰਦਾ ਮੈਂ ਕਿੱਥੋਂ ਛਕ ਲਿਆ। ਪਰ ਗੁਰੂ ਵਾਲਾ ਅੰਮ੍ਰਿਤ ਤਾਂ ਰਿਹਾ ਹੀ ਨਹੀਂ। ਤਾਈਓ ਆ ਸਾਡਾ ਹਾਲ ਹੋ ਰਿਹਾ ਫਿਰ ਇਹ ਭਾਈ। ਧਰਮ ਫੁੱਲ, ਉਹ ਫੁੱਲ ਹੀ ਹੈ ਭਾਈ। ਗਿਆਨ ਨਾਲ ਸਮਝ ਆਉਣੀ ਸੀ, ਫਲ ਤਾਂ ਗਿਆਨ ਹੈ। ਫਿਰ ਉਹ 'ਚੋਂ ਕੀ ਪੈਦਾ ਹੋਇਆ? ਹੰਕਾਰ। ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਇਹ ਗਲਤੀ ਨਹੀਂ ਕਰਨੀ ਆਪਾਂ। ਇਹਨੂੰ ਸਮਝਣਾ। ਧਰਮ ਸਮਝ ਦਾ ਵਿਸ਼ਾ ਹੁੰਦਾ ਹੈ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਇਹ ਕੀ ਹੈ? ਤਾਂ ਝੂਠ ਹੈ ਸਾਰਾ ਕੁਛ ਭਾਈ। ਕੂੜ ਰਾਜਾ ਕੂੜ ਪਰਜਾ। ਫਿਰ ਸਰੀਰ ਨਾਲੇ ਸਮਾਪਤ ਹੋ ਜਾਣਾ ਸਾਰਾ ਕੁਛ। ਫਿਰ ਅੱਗੇ ਜਿਹੜਾ ਜਾਊਗਾ ਨਾਲ ਆਤਮਾ ਦੇ, ਉਹ ਕੀ ਜਾਊਗਾ? ਕੁਛ ਵੀ ਨਹੀਂ। ਹੰਕਾਰ ਜਾਊਗਾ। ਫਿਰ ਉਹ ਫਿਰ ਅਗਨੀ ਪ੍ਰੀਖਿਆ ਸੀਤਾ ਦੀ। ਫਿਰ ਕੀ ਕਰਾਂਗੇ? ਇਹ ਕਰਕੇ ਨਾਮ ਬਿਨ ਅੱਗੇ ਲੀਏ ਖੋ। ਜੇ ਹਰ ਦਾ ਨਾਮ ਆਪਣੇ ਕੋ ਨਾ ਹੋਇਆ, ਹਰ ਦੀ ਕਥਾ ਆਪਾਂ ਨਾ ਸੁਣੀ, ਮੁਕਤੀ ਨਾ ਮਿਲੀ, ਸੰਤੋਖ ਨਾ ਆਇਆ, ਸੰਤੋਖ ਦਾ ਸੂਤ ਨਾ ਪਾਇਆ, ਆਤਮਾ ਦੇ ਗੁਣਾਂ ਦਾ ਹਾਰ ਨਾ ਪਾਇਆ, ਫਿਰ ਕੀ ਕਰਾਂਗੇ? ਫਿਰ ਜੰਮਣ ਮਰਨ ਚਲੇ ਜਾਵਾਂਗੇ। ਜੋ ਨਰ ਪੌੜੀ 'ਤੇ ਚੁੱਕ ਗਏ। ਲਾਸਟ ਪੌੜੀ ਹੈ। ਸਤਿਗੁਰ ਸਮਝਾਉਂਦੇ ਆ ਪੰਡਤ ਨੂੰ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕੱਤ। ਕਹਿੰਦੇ ਇਹ ਪਾ ਭਾਈ। ਕਿਉਂ ਪਾਉਣਾ ਇਹ? ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ। ਕੋਈ ਨਾ ਇਹ ਟੁੱਟਦਾ ਵਾ,
ਨਾ ਇਹ ਜਲਦਾ ਵਾ, ਨਾ ਇਹ ਮੈਲਾ ਹੁੰਦਾ ਵਾ। ਜਿਹੜਾ ਅਸੀਂ ਬਾਹਰ ਸਰੀਰ ਕਰਕੇ ਕੋਈ ਵੀ ਕਕਾਰ ਪਾਉਂਦੇ ਹਾਂ, ਅਸੀਂ ਧਰਮ ਆਪਣੇ ਪਾਉਂਦੇ ਨੇ ਆਪਦੇ ਜਿਵੇਂ ਈਸਾਈ ਪਾਉਂਦੇ ਨੇ, ਸਾਰੇ ਧਰਮ ਜਿੰਨੀ ਕੁ ਸਮਝ ਹੈ ਉਹ ਪਾਉਂਦੇ ਨੇ, ਪਰ ਉਹ ਸਰੀਰ ਨਾਲ ਹੀ ਸਮਾਪਤ ਹੋ ਜਾਂਦੇ ਨੇ। ਇਹ ਨਾਲ ਜਾਂਦਾ ਆਤਮਾ ਦੇ, ਇਹ ਪਾਉਣਾ ਆਪਾਂ, ਪਰ ਇਹ ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ ਆਪਾਂ ਨੂੰ ਮਿਲਣਾ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਇਆ, ਗੁਰ ਸ਼ਬਦ ਦੀ ਕਮਾਈ ਤੋਂ ਬਾਅਦ ਇਹ ਜਿਹਨੂੰ ਪੈਂਦਾ ਵਾ, ਆਪੇ ਹੀ ਪੈ ਜਾਂਦਾ, ਕਹਿਣ ਦੀ ਲੋੜ ਹੀ ਨਹੀਂ ਪਈ। ਭਗਤ ਕਬੀਰ ਜੀ ਸਮਝਾਉਂਦਾ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ, ਸੰਸਾਰ ਛੁੱਟ ਜਾਂਦਾ ਇਹਦੇ ਨਾਲ। ਇਹ ਐਸਾ ਜਨੇਊ ਹੈ। ਜਿਹੜੇ ਸਾਡੇ ਗਿਆਨ ਇੰਦਰੀਏ ਬਾਹਰ ਮਾਇਆ ਦੇ ਨੇ, ਇਹ ਸਾਨੂੰ ਸਾਰੇ ਫਸਾਉਂਦੇ ਨੇ। ਅੱਖੀਂ ਵੇਖ ਨਾ ਰੱਜੀਆਂ ਅੱਖਾਂ ਫਸਾਉਂਦੀਆਂ, ਰੱਜਦੀਆਂ ਨਹੀਂ ਹੈਗੀਆਂ। ਉਸਤਤ ਨਿੰਦਾ ਕੰਨ ਸੁਣ, ਉਸਤਤ ਕਰਦਾ ਬੜੇ ਖੁਸ਼ ਹੁੰਦੇ ਆ, ਜਦੋਂ ਵਿਰੋਧ ਕਰਦਾ ਵਿਰੋਧ ਕਰਦਾ ਹੈ। ਸਵਾਦੇ ਜੀਵ ਨਾ ਰੱਜੀਆਂ ਕਰ ਭੋਗ ਪਿਲਾਸੇ, ਰੱਜ ਨਾ ਕੋਈ ਜੀਵਿਆ ਕੋੜੇ ਪਰਵਾਸੇ। ਕੋਈ ਜਾਣਾ ਨਹੀਂ ਚਾਹੁੰਦਾ ਇੱਥੋਂ, ਪਰ ਜਾਣਾ ਪੈਣਾ ਹੈ। ਮ੍ਰਿਤ ਲੋਕ ਹੈ ਭਾਈ, ਮਰਨ ਲਖਾਏ ਮੰਡਲ ਮੇਂ ਆਏ, ਜੀਵਨ ਸਾਜੇ ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਆਓ ਤੇਲ ਨਾਮ ਦਾ ਪਾ ਕੇ ਦੇਖੀਏ, ਦੀਵਾ ਮੇਰਾ ਇੱਕ ਦੁੱਖ ਕਾ ਪਾਇਆ ਤੇਲ। ਇਹ ਨਾਮ ਦਾ ਦੀਵਾ ਭਾਈ, ਜਿਹੜੇ ਦੁੱਖ ਆਪਾਂ ਨੂੰ ਉਹਦੇ ਦੇ ਵਿੱਚ ਪਾਉਣੇ ਨੇ, ਆਪੇ ਹੀ ਪੈ ਜਾਂਦੇ ਨੇ, ਕਹਿਣ ਦੀ ਲੋੜ ਹੀ ਨਹੀਂ। ਨਾ ਇਹ ਟੁੱਟੇ ਨਾ ਮਨ ਲਾਗੇ, ਨਾ ਹੀ ਜਲੇ ਜਾਏ, ਧਨ ਸੂ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਿਹੜੇ ਮਨੁੱਖ ਪਾ ਲੈਣਗੇ ਭਾਈ, ਉਹੀ ਤਾਂ ਗੁਰਸਿੱਖ ਨੇ। ਇਹ ਜਨੇਊ ਪਾਉਣ ਨਾਲ ਕਿੱਥੇ ਪਹੁੰਚ ਜਾਣਗੇ? ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾਲ। ਉਹਨਾਂ ਦੇ ਨਾਲ ਤਾਂ ਕਿੰਨੇ ਹੋਰ ਨਿਕਲ ਜੇ, ਸਤਿਗੁਰ ਸਮਝਾਉਂਦੇ ਨੇ ਭਾਈ। ਉਹ ਸਰੀਰ 'ਚ ਰਹਿੰਦੇ ਹੀ ਆਪਦੇ ਘਰ ਪਹੁੰਚ ਜਾਂਦੇ ਨੇ। ਉਹ ਗੁਣਾਂ ਦਾ ਹਾਰ ਪਾ ਕੇ ਜਾਂਦੇ ਨੇ, ਆਤਮਾ ਦਾ ਸਰੀਰ ਇੱਥੇ ਰਹਿ ਜਾਂਦਾ। ਧਨ ਸੂ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਚੌਕੜ ਮੂਲ ਅਣਾਇਆ ਵੈ ਚੌਂਕੇ ਪਾਇਆ। ਉਹ ਸੂ ਧਾਗਾ ਮੰਗਾ ਕੇ, ਫਿਰ ਪੰਡਤ ਦੀ ਰਸਮ ਹੁੰਦੀ ਸੀਗੀ, ਫਿਰ ਉਹ ਉਹਨੂੰ ਵੱਟਦਾ ਸੀ, ਫਿਰ ਉਹ ਮੰਤਰ ਪੜ੍ਹ ਕੇ ਵੱਟਦਾ ਸੀ, ਉਹਦੀ ਗੰਢਾਂ ਦਿੰਦਾ ਸੀਗਾ। ਚੌਂਕੜ ਮੂਲ ਅਣਾਇਆ, ਮੁੱਲ ਮੰਗਾ ਕੇ ਫਿਰ ਉਹ ਚੌਂਕੇ 'ਤੇ ਬਹਿੰਦੇ ਸੀ, ਲਿਪਾ ਪੋਚੀ ਕਰਕੇ ਆਪਦਾ ਜਿਹੜਾ ਧਰਮ ਉਹਨਾਂ ਨੇ ਬਣਾਇਆ ਹੋਇਆ ਸੀ ਸੁੱਚਾ ਕਰਦੇ ਸੀ ਉਹਨੂੰ। ਫਿਰ ਉਹ ਮੰਤਰ ਪੜ੍ਹਦੇ ਸੀ। ਫਿਰ ਜਿਹੜੇ ਉਹ ਸਿੱਖ ਹੁੰਦਾ ਸਿੱਖਿਆ ਲੈਣ ਵਾਲਾ, ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਵੇ ਪਾਰ। ਇਹ ਸਿੱਖੀ ਲੈਣੀ ਆਪਾਂ ਗੁਰਮਤਿ ਦੀ, ਗੁਰੂ ਭਗਤ ਸਾਹਿਬਾਨਾਂ ਦੀ, ਫਿਰ ਆਪਾਂ ਪਾਰ ਨਿਕਲਾਂਗੇ। ਜਿਹੜੀ ਇਹ ਸਿੱਖਿਆ ਦੇ ਰਿਹਾ ਪੰਡਤ, ਇਹ ਸਰੀਰ ਕਰਕੇ ਹੈ, ਇਹ ਲੋਭ ਕਰਕੇ ਹੈ। ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥੀਆ। ਫਿਰ ਉਹ ਕੰਨ ਦੇ ਵਿੱਚ ਦੱਸਦਾ ਸੀ ਵੀ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੈ, ਸੰਸਾਰ 'ਚ ਤੈਨੂੰ ਕਿਤੇ ਵੀ ਕੋਈ ਬ੍ਰਾਹਮਣ ਮਿਲੇ, ਉਹ ਤੇਰਾ ਗੁਰੂ ਹੈ, ਤੈਂ ਉਹਦਾ ਸਤਿਕਾਰ ਕਰਨਾ। ਚਲਾਕ ਸੀਗਾ ਉਹ। ਸਾਰੀ ਜਿਹੜੀ ਉਹਨਾਂ ਦੀ ਸੀਗੀ ਇੱਕ ਮਤ, ਏਕਤਾ ਉਹਨਾਂ ਦੇ ਵਿੱਚ ਸੀਗੀ। ਤਾਂਹੀਓ ਤਾਂ ਉਹਨੇ ਕਿਹਾ ਵਾ ਵੀ ਤੈਨੂੰ ਕੋਈ ਵੀ ਕਿਤੇ ਵੀ ਸੰਸਾਰ 'ਚ ਮਿਲਦਾ ਹੈ, ਬ੍ਰਾਹਮਣ ਤੇਰਾ ਗੁਰੂ ਹੈ ਅੱਜ ਤੋਂ। ਇਹ ਨਹੀਂ ਵੀ ਮੈਂ ਗੁਰੂ ਹਾਂ। ਇੰਨਾ ਸ਼ੈਤਾਨ ਸੀਗਾ ਉਹ ਪਿੱਛੇ ਮੱਤਾਂ ਇਹ ਚੱਲਦੀਆਂ ਆਈਆਂ ਨੇ ਭਾਈ। ਹੁਣ ਵੀ ਇਹ ਚੱਲ ਰਹੀਆਂ, ਪਰਿਵਰਤਨ ਆ ਗਿਆ, ਤਰੀਕੇ ਬਦਲ ਗਏ ਨੇ। ਆਪਾਂ ਬਚਣਾ ਮੈਂ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਚੌਂਕੜ ਮੂਲ ਅਣਾਇਆ ਮੈਂ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥੀਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਉਹ ਮੂੰਹਾਂ ਉਹ ਝੜ ਪਿਆ ਬੇਤੱਗਾ ਗਿਆ। ਸਤਿਗੁਰ ਸਮਝਾਉਂਦੇ ਆ ਭਾਈ ਵੀ ਜਿਹੜਾ ਤੂੰ ਇਹ ਪਾਉਣਾ ਵਾ ਸਰੀਰ 'ਤੇ ਕਕਾਰ ਪਾਉਣਾ ਵਾ, ਜਨੇਊ ਪਾਉਣਾ ਵਾ, ਜਦੋਂ ਉਹ ਮਰੂਗਾ ਫਿਰ ਉਹਦਾ ਦੇ ਨਾਲ ਹੀ ਜਲ ਜਾਣਾ ਵਾ। ਉਹ ਫਿਰ ਧਾਗਾ ਤੇਰਾ ਜਿਹੜਾ ਤੱਗ ਜਨੇਊ ਤੋਂ ਬਿਨਾਂ ਹੀ ਚਲਿਆ ਗਿਆ, ਫਿਰ ਉੱਥੇ ਜਾ ਕੇ ਕੀ ਦੱਸੂ ਮੇਰਾ ਗੁਰੂ ਕੌਣ ਸੀਗਾ। ਬਸ ਇਹੋ ਜਿਹੇ ਧਰਮ ਹੁੰਦੇ ਸੀਗੇ। ਪਿੱਛੇ ਵੀ ਆਪਾਂ ਵਿਚਾਰਿਆ, ਉੱਡ ਡਰਾਵਾ ਝਾਟੇ ਪਾਏ, ਵੇਖੋ ਲੋਕ ਹੱਸੇ ਕਰ ਜਾਏ। ਆਪਾਂ ਦੇਖ ਕੇ ਆਉਂਦੇ ਸੀ ਰਾਮ ਲੀਲਾ ਕ੍ਰਿਸ਼ਨ ਲੀਲਾ, ਫਿਰ ਉਹਨਾਂ ਦੇ ਉਹ ਰੂਪ ਧਾਰ ਲੈਂਦੇ ਸੀਗੇ, ਕ੍ਰਿਸ਼ਨ ਦਾ, ਸੀਤਾ ਦਾ, ਰਾਮ ਚੰਦਰ ਜੀ ਦਾ, ਐਂ ਕਰਦੇ ਸੀਗੇ, ਉਹਨੂੰ ਧਰਮ ਸਮਝਦੇ ਸੀ। ਉਹ ਤੋਂ ਹਟ ਕੇ ਇਹਨਾਂ ਨੇ ਇਹ ਧਰਮ ਚਲਾਇਆ ਸੀਗਾ। ਇਹ ਕੀ ਹੈ? ਪਾਪ। ਧਰਮ ਦੇ ਨਾਂ 'ਤੇ ਕਿਸੇ ਨੂੰ ਗਲਤ ਗਾਈਡ ਕਰਨਾ, ਠੱਗੀ ਲਾਉਣੀ, ਇਹ ਪਾਪ ਹੈ। ਪੜ੍ਹਿਆ ਹੋਵੇ ਗੁਨੇਗਾਰ ਪਿੱਛੇ ਵਿਚਾਰੇ, ਆਪਾਂ ਸਜ਼ਾ ਮਿਲਦੀ ਹੈ ਇਹਦੀ ਭਾਈ। ਫਿਰ ਦੇਖ ਹੀ ਰਹੇ ਕੀ ਹੋ ਰਿਹਾ ਸੰਸਾਰ 'ਚ, ਪਰ ਆਪਾਂ ਬਚਣਾ ਵਾ। ਜਿਹਾ ਬੀਜੇ ਸੋ ਲਾਉਣੇ। ਇਹਨਾਂ ਦਾ ਜੀਵਨ ਹੈ, ਜੋ ਮਰਜ਼ੀ ਕਰਨੇ, ਸਾਡਾ ਤਾਂ ਇਹ ਵਿਸ਼ਾ ਹੀ ਨਹੀਂ ਹੈਗਾ। ਉਹਦਾ ਕਿਹੜਾ ਮੁਕਤੀ ਦਾ ਵਿਸ਼ਾ, ਆਪਾਂ ਉਹਦੇ ਨਾਲ ਬਹਿਸ ਕਰਾਂਗੇ। ਜਿਹਦਾ ਮੁਕਤੀ ਦਾ ਵਿਸ਼ਾ, ਆਪਾਂ ਉਹਦੇ ਨਾਲ ਵਿਚਾਰ ਕਰ ਸਕਦੇ ਹਾਂ। ਮੁਕਤੀ ਦਾ ਵਿਸ਼ਾ ਤਾਂ ਇੱਕ ਹੀ ਹੈ। ਫਿਰ ਫਾਸਣ ਕੀ ਵਿਧਿ ਸਭ ਕੁਝ ਜਾਣੇ, ਸੁੱਟਣ ਕੀ ਇੱਕੋ ਹੀ। ਫਾਸਣ ਦੀ ਵਿਧੀ ਤਾਂ ਆਪਾਂ ਨੂੰ ਪਤਾ ਹੈ, ਉਹਦੇ ਆਪਾਂ ਕੀ ਬਹਿਸ ਕਰਨੀ ਹੈ। ਜੇ ਕਿਸੇ ਨੇ ਸੁੱਟਣਾ ਵਾ ਤਾਂ ਗੁਰਮਤ ਹੈ, ਮੁਕਤੀ ਦਾ ਵਿਸ਼ਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਫਿਰ ਉੱਥੇ ਕੀ ਜਵਾਬ ਦੇਵਾਂਗੇ ਭਾਈ ਆਪਾਂ? ਉੱਚੀ ਜਾਤੀ ਸਰੀਰ ਨਹੀਂ ਜਾਣਾ, ਸਾਡਾ ਜ਼ੋਰ ਨਹੀਂ ਜਾਣਾ ਇੱਥੇ, ਜਿਹੜੀ ਸਾਡੀ ਪਾਵਰ ਹੈ ਨਾਲ ਹੀ ਸਮਾਪਤ ਸਰੀਰ ਦੇ।
ਹਿਲਦਾ ਹੀ ਨਹੀਂ ਸਰੀਰ। ਅਤ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ। ਕਹਿੰਦੇ ਹਿਲ ਕੇ ਦਿਖਾ ਜੇ, ਬਹੁਤ ਸੂਰਮਾ ਸੀ। ਫਿਰ ਕਿੱਥੇ ਗਈ ਉਹ ਕਲਾ ਦਾ ਸਾਰਾ ਖੇਲ ਸੀਗਾ, ਬਸ ਉਹੀ ਤਾਂ ਸਮਝਣ ਆਪਾਂ ਆਏ ਸੀਗੇ। ਇਹ ਜੀਵ ਐਂ ਆਉਂਦਾ ਵਾ ਚਲਿਆ ਜਾਂਦਾ ਵਿਚਾਰਾ। 84 ਲੱਖ ਜੋਨ ਭਾਈ ਮਾਂ ਨੂੰ ਪੁੱਦੀ ਵਡਿਆਈ 'ਚ ਫਸ ਜਾਂਦਾ ਇੱਥੇ ਆ ਕੇ। ਬਾਣੀ ਮਨਾ ਕਰਦੀ ਆ ਸੰਸਾਰ ਕੀ ਵਡਿਆਈ ਅੱਗੀ ਛੇਤੀ ਜਾਲੇ ਜਲਣੀ ਚੱਕ ਜਾਲਿਆ ਦਿੱਤਾ ਨਾਮ ਵਿਸਾਰ ਭਾਈ। ਨਾਮ ਮੰਗਣਾ ਨਾਮ ਮੰਗਣਾ, ਉਹੀ ਤਾਂ ਜਨੇਊ ਹੈ, ਉਹ ਆਤਮਾ ਦੇ ਗੁਣ ਨੇ ਭਾਈ। ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ। ਅਸੀਂ ਜੋ ਮੰਗਦੇ ਹਾਂ ਦੁੱਖ ਮੰਗਦੇ ਹਾਂ ਭਾਈ। ਸਾਡੀ ਮੱਤ ਨਾਲ ਥੋੜ੍ਹੀ ਮਾਇਆ ਆਉਂਦੀ ਹੈ। ਜੇ ਸਾਡੀ ਮੱਤ ਨਾਲ ਆਉਂਦੀ ਫਿਰ ਮੰਗਦੇ ਕਾਹਤੇ ਹਾਂ ਅਸੀਂ? ਅਗਿਆਨੀ ਹੈ, ਸਾਨੂੰ ਗਿਆਨ ਹੀ ਨਹੀਂ ਹੈ, ਕੁਛ ਵੀ ਕਹੀ ਜਾਂਦੇ। ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ। ਜੇ ਕੁਦਰਤ ਤੋਂ ਬਿਨਾਂ ਅਸੀਂ ਕੁਛ ਮੰਗਦੇ ਹਾਂ ਦੁੱਖ ਹੀ ਮੰਗਦੇ ਹਾਂ। ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਆਓ ਭਾਈ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਨਾਮ ਦੀ ਪ੍ਰਾਪਤੀ ਹੋਵੇ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਇਹ ਜਨੇਊ ਪਾਈਏ ਗਿਆਨ ਦਾ, ਸੰਤੋਖ ਦਾ, ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।